ਸਤਿ ਸ੍ਰੀ ਅਕਾਲ ਸਾਰੇ ਸੀਰੀਅਸ ਐਸਪੀਰੈਂਟਸ ਨੂੰ ਜੀ ਆਇਆਂ ਨੂੰ। ਦੇਖੋ ਇੰਗਲਿਸ਼ ਪੈਡਾਗੋਜੀ ਵਿੱਚ ਇੱਕ ਇਹੋ ਜਿਹਾ ਟੌਪਿਕ ਹੈ ਜਿੱਥੇ ਸਭ ਤੋਂ ਵੱਧ ਕਨਫਿਊਜ਼ਨ ਹੁੰਦੀ ਹੈ ਤੇ ਨੰਬਰ ਕੱਟਦੇ ਨੇ। ਉਹ ਹੈ ਫੋਨੇਮਿਕ ਅਵੇਅਰਨੈਸ ਤੇ ਫੋਨਿਕਸ। ਪਰ ਮੈਂ ਵਾਅਦਾ ਕਰਦਾ ਅੱਜ ਤੋਂ ਬਾਅਦ ਇਹ ਕਨਫਿਊਜ਼ਨ ਹਮੇਸ਼ਾ ਲਈ ਖਤਮ ਤੇ ਤੁਹਾਡੇ ਮਾਰਕਸ ਹੋਣਗੇ ਪੱਕੇ। ਚਲੋ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦ ਸਾਊਂਡ ਗੇਮ ਦੀ, ਯਾਨੀ ਕਿ ਸਿਰਫ ਆਵਾਜ਼ ਦੀ ਖੇਡ। ਇੰਗਲਿਸ਼ ਪੈਡਾਗੋਜੀ ਦੀ ਭਾਸ਼ਾ ਵਿੱਚ ਇਸੇ ਨੂੰ ਹੀ ਤਾਂ ਕਹਿੰਦੇ ਨੇ ਫੋਨੇਮਿਕ ਅਵੇਅਰਨੈਸ। ਤਾਂ ਫਿਰ ਇਹ ਫੋਨੇਮਿਕ ਅਵੇਅਰਨੈਸ ਹੈ ਕੀ ਚੀਜ਼? ਬਹੁਤ ਸੌਖਾ ਹੈ। ਇਹ ਕਿਸੇ ਵੀ ਬੋਲੇ ਗਏ ਸ਼ਬਦ ਵਿੱਚ ਜਿਹੜੀਆਂ ਅਲੱਗ-ਅਲੱਗ ਆਵਾਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਫੋਨੀਮਸ ਕਹਿੰਦੇ ਆ, ਉਹਨਾਂ ਨੂੰ ਸੁਣਨ, ਪਛਾਣਨ ਤੇ ਉਹਨਾਂ ਨਾਲ ਖੇਡਣ ਦੀ ਕਾਬਲੀਅਤ ਹੈ। 3 ਸ਼ਬਦਾਂ ਤੇ ਧਿਆਨ ਦਿਓ: ਹੀਅਰ, ਆਈਡੈਂਟੀਫਾਈ ਐਂਡ ਸਪੋਕਨ। ਮਤਲਬ ਸਾਰਾ ਕੰਮ ਕੰਨਾਂ ਦਾ ਤੇ ਮੂੰਹ ਦਾ ਹੈ। ਲਿਖੇ ਹੋਏ ਅੱਖਰਾਂ ਦਾ ਇੱਥੇ ਕੋਈ ਰੋਲ ਨਹੀਂ, ਐਬਸੋਲੂਟਲੀ ਜ਼ੀਰੋ। ਅੱਛਾ, ਹੁਣ ਦੇਖੋ ਇਹ ਹੁੰਦਾ ਕਿਵੇਂ ਆ। ਕੁਝ ਐਗਜ਼ਾਮਪਲਸ ਦੇਖਦੇ ਹਾਂ। ਮੰਨ ਲਓ ਮੈਂ ਕਹਾਂ ਕੈਟ ਤੇ ਪੁੱਛਾਂ ਇਹਦੀ ਪਹਿਲੀ ਆਵਾਜ਼ ਕੀ ਹੈ। ਤੁਸੀਂ ਕਹੋਗੇ ਕ। ਜਾਂ ਮੈਂ 3 ਆਵਾਜ਼ਾਂ ਦਵਾਂ ਕ, ਐ, ਟ ਤੇ ਕਹਾਂ ਇਹਨਾਂ ਨੂੰ ਜੋੜੋ। ਤੁਸੀਂ ਕਹੋਗੇ ਕੈਟ। ਜਾਂ ਆਪਾਂ ਕਿਸੇ ਸ਼ਬਦ ਦੀ ਹਰ ਆਵਾਜ਼ ਤੇ ਤਾੜੀ ਮਾਰੀਏ। ਹੁਣ ਤੁਸੀਂ ਦੱਸੋ ਇਹ ਸਭ ਕਰਨ ਲਈ ਕਿ ਕਿਤੇ ਵੀ ਲਿਖਿਆ ਹੋਇਆ ਅੱਖਰ ਦੇਖਣ ਦੀ ਲੋੜ ਪਈ? ਨਹੀਂ ਨਾ, ਬਿਲਕੁਲ ਨਹੀਂ। ਠੀਕ ਹੈ, ਤਾਂ ਸਾਊਂਡ ਗੇਮ ਯਾਨੀ ਕਿ ਆਵਾਜ਼ ਦੀ ਖੇਡ ਤਾਂ ਆਪਾਂ ਨੂੰ ਸਮਝ ਆ ਗਈ। ਹੁਣ ਵਾਰੀ ਹੈ ਇਸ ਗੇਮ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣ ਦੀ। ਹੁਣ ਆਪਾਂ ਇਸ ਖੇਡ ਵਿੱਚ ਲੈਟਰਸ ਯਾਨੀ ਕਿ ਅੱਖਰਾਂ ਨੂੰ ਵੀ ਲੈ ਕੇ ਆਵਾਂਗੇ ਤੇ ਜਦੋਂ ਆਵਾਜ਼ ਦੇ ਨਾਲ ਅੱਖਰ ਜੁੜ ਜਾਂਦੇ ਨੇ ਤਾਂ ਉਸ ਨੂੰ ਕਹਿੰਦੇ ਨੇ ਫੋਨਿਕਸ। ਦੇਖੋ ਫੋਨਿਕਸ ਇੱਕ ਤਰ੍ਹਾਂ ਦਾ ਪੁੱਲ ਹੈ, ਇੱਕ ਬ੍ਰਿਜ, ਜਿਹੜਾ ਅੱਖਰਾਂ ਯਾਨੀ ਗ੍ਰਾਫੀਮਸ ਨੂੰ ਉਹਨਾਂ ਦੀ ਆਵਾਜ਼ਾਂ ਯਾਨੀ ਫੋਨੀਮਸ ਨਾਲ ਜੋੜਦਾ ਹੈ। ਸਿੰਪਲ ਸ਼ਬਦਾਂ ਵਿੱਚ ਜੋ ਚੀਜ਼ ਅੱਖਾਂ ਨਾਲ ਦਿਸਦੀ ਹੈ ਯਾਨੀ ਪ੍ਰਿੰਟ, ਉਸ ਨੂੰ ਜੋ ਚੀਜ਼ ਕੰਨਾਂ ਨਾਲ ਸੁਣਦੀ ਹੈ ਯਾਨੀ ਸਾਊਂਡ, ਉਸ ਨਾਲ ਕਨੈਕਟ ਕਰਦਾ ਹੈ। ਤਾਂ ਇਹ ਪੜ੍ਹਨ ਦੀ ਸਕਿੱਲ ਹੋਈ, ਰੀਡਿੰਗ ਸਕਿੱਲ, ਸਿਰਫ ਸੁਣਨ ਦੀ ਨਹੀਂ। ਹੁਣ ਫੋਨਿਕਸ ਦੀਆਂ ਐਗਜ਼ਾਮਪਲਸ ਦੇਖੋ, ਫਰਕ ਸਾਫ਼ ਹੋ ਜਾਵੇਗਾ। ਜਿਵੇਂ ਬੱਚੇ ਨੂੰ ਸਿਖਾਉਣਾ ਕਿ ਸੀ ਅੱਖਰ ਕ ਦੀ ਆਵਾਜ਼ ਬਣਾਉਂਦਾ ਹੈ, ਜਾਂ ਜਦੋਂ ਬੱਚਾ ਕਿਤੇ ਸ਼ ਲਿਖਿਆ ਦੇਖੇ ਤਾਂ ਉਹ ਸ਼ ਦੀ ਆਵਾਜ਼ ਕੱਢੇ, ਜਾਂ ਫਿਰ ਬੋਰਡ ਤੇ ਲਿਖਿਆ DOG ਪੜ੍ਹਨਾ। ਨੋਟਿਸ ਕੀਤਾ ਇੱਥੇ ਹਰ ਕੰਮ ਦੀ ਸ਼ੁਰੂਆਤ ਕਿੱਥੋਂ ਹੋ ਰਹੀ ਹੈ? ਲਿਖੇ ਹੋਏ ਅੱਖਰਾਂ ਤੋਂ, ਪ੍ਰਿੰਟ ਤੋਂ। ਓਕੇ, ਹੁਣ ਧਿਆਨ ਬਿਲਕੁਲ ਸਕਰੀਨ ਤੇ, ਕਿਉਂਕਿ ਇਹ ਹੈ ਅ ਮਾਸਟਰ ਸਲਾਈਡ। ਜੇ ਇਹ ਗੱਲ ਦਿਮਾਗ ਵਿੱਚ ਬੈਠ ਗਈ ਨਾ ਤਾਂ ਮੈਂ ਗਾਰੰਟੀ ਦਿੰਦਾ ਹਾਂ ਇਸ ਟੌਪਿਕ ਦੇ 90% ਸਵਾਲ ਕਦੇ ਗਲਤ ਨਹੀਂ ਹੋਣਗੇ। ਚਲੋ ਦੇਖੀਏ ਇਹਨਾਂ ਦਾ ਅਕੋਰ ਡਿਫਰੈਂਸ। ਇਸ ਟੇਬਲ ਨੂੰ ਦੇਖੋ, ਸਾਰਾ ਕਨਸੈਪਟ ਕਲੀਅਰ ਹੋ ਜਾਏਗਾ। ਬੇਸਿਸ ਕੀ ਹੈ? ਫੋਨੇਮਿਕ ਅਵੇਅਰਨੈਸ ਦਾ ਬੇਸਿਸ ਹੈ ਸਿਰਫ ਸਾਊਂਡ, ਜਦਕਿ ਫੋਨਿਕਸ ਦਾ ਬੇਸਿਸ ਹੈ ਲੈਟਰ ਪਲੱਸ ਸਾਊਂਡ। ਸਕਿੱਲ ਕਿਹੜੀ ਹੈ? ਪਹਿਲੀ ਵਾਲੀ ਔਰਲ ਤੇ ਆਡਿਟਰੀ ਹੈ, ਦੂਜੀ ਵਾਲੀ ਰੀਡਿੰਗ ਤੇ ਵਿਜ਼ੂਅਲ। ਪਰ ਸਭ ਤੋਂ ਵੱਡਾ ਡਿਸਾਈਡਿੰਗ ਫੈਕਟਰ, ਅ ਗੇਮ ਚੇਂਜਰ ਹੈ ਪ੍ਰਿੰਟ। ਜਿੱਥੇ ਪ੍ਰਿੰਟ ਨਹੀਂ ਹੈ ਉਹ ਫੋਨੇਮਿਕ ਅਵੇਅਰਨੈਸ ਹੈ, ਤੇ ਜਿੱਥੇ ਪ੍ਰਿੰਟ ਹੈ ਚੈੱਕ, ਉਹ ਫੋਨਿਕਸ ਹੈ। ਬਸ ਇਹੀ ਮੇਨ ਗੱਲ ਹੈ। ਆਲਰਾਈਟ, ਥਿਉਰੀ ਤਾਂ ਸਮਝ ਆ ਗਈ, ਪਰ ਹੁਣ ਦੇਖਦੇ ਹਾਂ ਕਿ CTET ਵਾਲੇ ਜਾਲ ਕਿਵੇਂ ਵਿੱਚ ਹੁੰਦੇ ਨੇ। ਐਗਜ਼ਾਮੀਨਰ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਐਸਪੀਰੈਂਟਸ ਨੂੰ ਕਿੱਥੇ ਕਨਫਿਊਜ਼ ਕਰਨਾ ਹੈ ਤੇ ਉਹ ਸਵਾਲ ਨੂੰ ਥੋੜਾ ਜਿਹਾ ਟਵਿਸਟ ਕਰ ਦਿੰਦੇ ਨੇ। ਫॉर ਐਗਜ਼ਾਮਪਲ, ਆਹ ਸਵਾਲ ਦੇਖੋ। ਟੀਚਰ ਨੇ ਬੱਚਿਆਂ ਨੂੰ ਕਿਹਾ ਮੈਪ ਸ਼ਬਦ ਵਿੱਚ ਪਹਿਲੀ ਆਵਾਜ਼ ਕਿਹੜੀ ਹੈ ਉਹ ਦੱਸੋ। ਹੁਣ ਜ਼ਿਆਦਾਤਰ ਐਸਪੀਰੈਂਟਸ ਕੀ ਕਰਦੇ ਨੇ? ਉਹ ਮੈਪ ਸ਼ਬਦ ਪੜ੍ਹਦੇ ਨੇ ਤੇ ਸੋਚਦੇ ਨੇ ਕਿ ਇਹ ਤਾਂ ਫੋਨਿਕਸ ਦਾ ਸਵਾਲ ਹੈ ਤੇ ਟਿਕ ਕਰ ਦਿੰਦੇ ਨੇ, ਪਰ ਇਹ ਜਵਾਬ ਬਿਲਕੁਲ ਗਲਤ ਹੈ। ਤਾਂ ਇਸ ਜਾਲ ਤੋਂ ਬਚਣ ਦਾ ਇੱਕ ਗੋਲਡਨ ਰੂਲ ਹੈ, ਇਹਨੂੰ ਦਿਮਾਗ ਵਿੱਚ ਫਿਕਸ ਕਰ ਲਓ। ਹਮੇਸ਼ਾ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ, ਕੀ ਇਸ ਐਕਟੀਵਿਟੀ ਵਿੱਚ ਲਿਖੇ ਹੋਏ ਅੱਖਰ ਇਨਵੋਲਵ ਨੇ? ਜੇ ਜਵਾਬ ਆਉਂਦਾ ਹੈ ਨੋ, ਤਾਂ ਆਨਸਰ ਕਦੇ ਵੀ ਫੋਨਿਕਸ ਨਹੀਂ ਹੋ ਸਕਦਾ। ਪਿਛਲੇ ਸਵਾਲ ਵਿੱਚ ਟੀਚਰ ਨੇ ਮੈਪ ਸ਼ਬਦ ਬੋਲਿਆ ਸੀ, ਬੋਰਡ ਤੇ ਲਿਖਿਆ ਨਹੀਂ ਸੀ, ਉਹਨਾਂ ਨੇ ਸਿਰਫ ਆਵਾਜ਼ ਪੁੱਛੀ ਸੀ। ਕਨਸੈਪਟ ਨੂੰ ਹਮੇਸ਼ਾ ਲਈ ਲੌਕ ਕਰਨ ਵਾਸਤੇ 3 ਮੈਮਰੀ ਟ੍ਰਿਕਸ ਨੇ। ਪਹਿਲਾ, ਮੈਮੋਨਿਕ। ਯਾਦ ਰੱਖੋ, ਫੋਨ ਤੇ ਸਿਰਫ ਆਵਾਜ਼ ਆਉਂਦੀ ਹੈ, ਲੈਟਰਸ ਨਹੀਂ। ਫੋਨੇਮਿਕ, ਫੋਨ, ਆਵਾਜ਼। ਦੂਜਾ, ਫਾਰਮੂਲਾ। ਪ੍ਰਿੰਟ ਹੈ ਯੈਸ ਤਾਂ ਫੋਨਿਕਸ, ਪ੍ਰਿੰਟ ਹੈ ਨੋ ਤਾਂ ਫੋਨੇਮਿਕ ਅਵੇਅਰਨੈਸ। ਸਿੰਪਲ। ਤੇ ਤੀਜਾ, ਇੱਕ ਵਾਰਨਿੰਗ। ਰਾਈਮਿੰਗ, ਕਲੈਪਿੰਗ, ਫਰਸਟ ਸਾਊਂਡ, ਇਹ ਸਭ ਆਵਾਜ਼ ਦੀਆਂ ਗੇਮਾਂ ਨੇ ਜਦੋਂ ਤੱਕ ਲਿਖਿਆ ਹੋਇਆ ਟੈਕਸਟ ਸਾਹਮਣੇ ਨਾ ਆ ਜਾਵੇ। ਚਲੋ ਜੀ, ਹੁਣ ਵੇਖਦੇ ਹਾਂ ਕਿੰਨਾ ਕੁ ਸਮਝ ਆਇਆ। ਟਾਈਮ ਫॉर ਅ ਕੁਇਕ ਟੈਸਟ। ਮੈਂ ਤੁਹਾਡੇ ਸਾਹਮਣੇ ਕੁਝ ਐਗਜ਼ਾਮ ਲੈਵਲ MCQs ਰੱਖਾਂਗਾ। ਮੇਰਾ ਐਕਸਪਲੇਨਰ ਸੁਣਨ ਤੋਂ ਪਹਿਲਾਂ ਪੌਜ਼ ਕਰਕੇ ਆਪਣਾ ਜਵਾਬ ਜ਼ਰੂਰ ਸੋਚਣਾ। ਰੈਡੀ? ਲੈਟਸ ਗੋ। ਸਵਾਲ ਨੰਬਰ 1। ਇੱਕ ਟੀਚਰ ਸਟੂਡੈਂਟ ਨੂੰ ਪੁੱਛਦੀ ਏ, ਵਾਟ ਸਾਊਂਡ ਡੂ ਯੂ ਹੀਅਰ ਐਟ ਦ ਬਿਗਿਨਿੰਗ ਆਫ ਦ ਵਰਡ ਪਿਕਚਰ? ਇਹ ਐਕਟੀਵਿਟੀ ਕਿਸ ਚੀਜ਼ ਨੂੰ ਡਿਵੈਲਪ ਕਰਨ ਲਈ ਹੈ?
ਕਰੈਕਟ ਆਨਸਰ ਹੈ ਬੀ ਫੋਨੇਮਿਕ ਅਵੇਅਰਨੈਸ। ਕਿਉਂ? ਆਪਣਾ 골ਡਨ ਰੂਲ ਯਾਦ ਕਰੋ ਕਿ ਟੀਚਰ ਨੇ ਪਿਕਚਰ ਸ਼ਬਦ ਬੋਰਡ ਤੇ ਲਿਖਿਆ ਨਹੀਂ, ਉਹਨਾਂ ਨੇ ਸਿਰਫ ਸਾਊਂਡ ਬਾਰੇ ਪੁੱਛਿਆ, ਆਵਾਜ਼ ਬਾਰੇ। ਸੋ ਦ ਟਾਸਕ ਇਜ਼ ਪਿਓਰਲੀ ਆਡਿਟਰੀ, ਨੋ ਪ੍ਰਿੰਟ ਇਨਵੋਲਵਡ। ਸਵਾਲ ਨੰਬਰ 2, ਇਹਨਾਂ ਵਿੱਚੋਂ ਕਿਹੜੀ ਐਕਟੀਵਿਟੀ ਲਈ ਫੋਨਿਕਸ ਇੰਸਟਰਕਸ਼ਨ ਦੀ ਲੋੜ ਪਵੇਗੀ? ਤੇ ਸਹੀ ਜਵਾਬ ਹੈ ਸੀ, ਮੈਚਿੰਗ ਦ ਲੈਟਰ M ਵਿਦ ਇਟਸ ਸਾਊਂਡ। ਇੱਥੇ ਦੇਖੋ, ਲੈਟਰ M ਆ ਗਿਆ ਯਾਨੀ ਪ੍ਰਿੰਟ ਆ ਗਿਆ ਤੇ ਉਸ ਨੂੰ ਸਾਊਂਡ ਨਾਲ ਜੋੜਨਾ, ਇਹੀ ਤਾਂ ਫੋਨਿਕਸ ਦੀ ਡੈਫੀਨੇਸ਼ਨ ਹੈ। ਬਾਕੀ ਤਿੰਨੋਂ ਆਪਸ਼ਨਸ ਬਲੈਂਡਿੰਗ, ਰਾਈਮਿੰਗ, ਕਲੈਪਿੰਗ ਇਹ ਸਾਰੀਆਂ ਆਡਿਟਰੀ ਟਾਸਕਸ ਨੇ, ਇਹਨਾਂ ਲਈ ਪ੍ਰਿੰਟ ਦੀ ਲੋੜ ਨਹੀਂ। ਸਵਾਲ ਨੰਬਰ 3, ਧਿਆਨ ਨਾਲ ਪੜ੍ਹਨਾ ਥੋੜਾ ਜਿਹਾ ਟ੍ਰਿਕੀ ਹੈ। ਇੱਕ ਬੱਚਾ ਇਹ ਪਛਾਣ ਸਕਦਾ ਹੈ ਕਿ ਮੈਨ ਅਤੇ ਕੈਨ ਰਾਈਮਿੰਗ ਵਰਡਸ ਨੇ। ਇਹ ਬੱਚਾ ਕੀ ਡੈਮੋਨਸਟ੍ਰੇਟ ਕਰ ਰਿਹਾ ਹੈ? ਦ ਕਰੈਕਟ ਆਨਸਰ ਇਜ਼ ਬੀ, ਫੋਨੋਲੋਜੀਕਲ ਅਵੇਅਰਨੈਸ। ਹੁਣ ਦੇਖੋ, ਰਾਈਮਿੰਗ ਇੱਕ ਸਾਊਂਡ ਬੇਸ ਸਕਿੱਲ ਹੈ ਤੇ ਫੋਨੋਲੋਜੀਕਲ ਅਵੇਅਰਨੈਸ ਇੱਕ ਵੱਡੀ ਅੰਬ੍ਰੇਲਾ ਟਰਮ ਹੈ ਜਿਸ ਦੇ ਥੱਲੇ ਰਾਈਮਿੰਗ, ਕਲੈਪਿੰਗ, ਸਿਲੇਬਲਸ ਐਂਡ ਫੋਨੇਮਿਕ ਅਵੇਅਰਨੈਸ ਸਭ ਆਉਂਦੇ ਨੇ। ਕਿਉਂਕਿ ਕੋਈ ਲੈਟਰਸ ਇਨਵੋਲਵ ਨਹੀਂ ਤਾਂ ਫੋਨਿਕਸ ਤੇ ਗ੍ਰਾਫੀਮ ਅਵੇਅਰਨੈਸ ਤਾਂ ਹੋ ਹੀ ਨਹੀਂ ਸਕਦੇ। ਨੈਕਸਟ ਕੁਐਸਚਨ, ਸਵਾਲ ਨੰਬਰ 4। ਇੱਕ ਟੀਚਰ ਬੋਰਡ ਤੇ ਸ਼ਿਪ ਲਿਖਦੀ ਹੈ ਅਤੇ ਐਕਸਪਲੇਨ ਕਰਦੀ ਹੈ ਕਿ S ਐਂਡ H ਮਿਲ ਕੇ ਸ਼ ਦੀ ਸਾਊਂਡ ਬਣਾਉਂਦੇ ਨੇ। ਇਹ ਕਿਸ ਚੀਜ਼ ਦੀ ਐਗਜ਼ਾਮਪਲ ਹੈ? ਸਹੀ ਜਵਾਬ ਹੈ ਸੀ, ਸਿੰਥੈਟਿਕ ਫੋਨਿਕਸ। ਦੇਖੋ, ਸਭ ਤੋਂ ਪਹਿਲਾ ਕੀਵਰਡ ਕੀ ਹੈ? ਰਾਈਟਸ ਔਨ ਦ ਬੋਰਡ, ਮਤਲਬ ਪ੍ਰਿੰਟ ਇਨਵੋਲਵ ਹੈ। ਸੋ ਇਟਸ ਫੋਨਿਕਸ। ਫੋਨੇਮਿਕ ਅਵੇਅਰਨੈਸ ਦਾ ਆਪਸ਼ਨ ਚੋਂ ਬਾਹਰ ਹੋ ਗਿਆ। ਤੇ ਜਦੋਂ ਅਸੀਂ ਅੱਖਰਾਂ ਦੇ ਛੋਟੇ-ਛੋਟੇ ਹਿੱਸਿਆਂ ਨੂੰ ਜੋੜ ਕੇ ਸਿੰਥੇਸਾਈਜ਼ ਕਰਕੇ ਇੱਕ ਨਵੀਂ ਆਵਾਜ਼ ਬਣਾਉਣਾ ਸਿਖਾਉਂਦੇ ਹਾਂ, ਉਸ ਨੂੰ ਕਹਿੰਦੇ ਨੇ ਸਿੰਥੈਟਿਕ ਫੋਨਿਕਸ। ਲਾਸਟ ਕੁਐਸਚਨ, ਐਂਡ ਇਹ ਸਵਾਲ ਅਕੋਰ ਰੂਲ ਨੂੰ ਟੈਸਟ ਕਰ ਰਿਹਾ ਹੈ। JCTET ਦੇ ਕਿਸੇ ਸਵਾਲ ਵਿੱਚ ਇੱਕ ਇਹੋ ਜਿਹੀ ਐਕਟੀਵਿਟੀ ਦੱਸੀ ਗਈ ਹੈ ਜਿੱਥੇ ਸਟੂਡੈਂਟਸ ਨੂੰ ਕੋਈ ਵੀ ਰਿਟਨ ਟੈਕਸਟ ਨਹੀਂ ਦਿਖਾਇਆ ਜਾਂਦਾ, ਤਾਂ ਉਸ ਦਾ ਜਵਾਬ ਇਹਨਾਂ ਵਿੱਚੋਂ ਕੀ ਕਦੇ ਵੀ ਨਹੀਂ ਹੋ ਸਕਦਾ? ਬਿਲਕੁਲ ਸਹੀ ਜਵਾਬ ਹੈ ਏ, ਫੋਨਿਕਸ। ਕਿਉਂਕਿ ਸਾਡਾ ਕੋਰ ਰੂਲ ਹੀ ਇਹੀ ਹੈ। ਫੋਨਿਕਸ ਦੀ ਤਾਂ ਡੈਫੀਨੇਸ਼ਨ ਹੀ ਇਹ ਹੈ ਕਿ ਅ ਰਿਲੇਸ਼ਨਸ਼ਿਪ ਬਿਟਵੀਨ ਲੈਟਰਸ ਐਂਡ ਸਾਊਂਡਸ। ਜੇ ਲੈਟਰਸ ਹੀ ਨਹੀਂ, ਜੇ ਪ੍ਰਿੰਟ ਹੀ ਨਹੀਂ, ਤਾਂ ਫੋਨਿਕਸ ਹੋ ਹੀ ਨਹੀਂ ਸਕਦਾ। ਬਾਕੀ ਸਾਰੀਆਂ ਆਪਸ਼ਨਸ ਓਰਲ ਜਾਂ ਆਡਿਟਰੀ ਸਕਿੱਲਸ ਨੇ ਜੋ ਪ੍ਰਿੰਟ ਤੋਂ ਬਿਨਾਂ ਐਗਜ਼ਿਸਟ ਕਰ ਸਕਦੀਆਂ ਨੇ। ਤਾਂ ਹੁਣ ਦੱਸੋ, ਕਨਸੈਪਟ ਹੋਇਆ ਕ੍ਰਿਸਟਲ ਕਲੀਅਰ? ਦੇਖੋ, ਜੇ ਤੁਸੀਂ ਆਪਣੀ ਸਿਲੈਕਸ਼ਨ ਲਈ ਸੱਚੀ ਸੀਰੀਅਸ ਹੋ ਤਾਂ PSTET CTET ਪ੍ਰੈਪ ਨੂੰ ਸਬਸਕ੍ਰਾਈਬ ਕਰਨਾ ਬਣਦਾ ਹੈ ਤੇ ਇਸ ਨੂੰ ਸ਼ੇਅਰ ਵੀ ਸਿਰਫ ਉਹਨਾਂ ਨਾਲ ਹੀ ਕਰਨਾ ਜੋ ਸੀਰੀਅਸ ਐਸਪੀਰੈਂਟਸ ਨੇ। ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਨੈਕਸਟ ਕਿਹੜਾ ਕਨਫਿਊਜ਼ਿੰਗ ਟੌਪਿਕ ਹੈ ਜਿਸ ਦੀ ਆਪਾਂ ਇਸੇ ਤਰ੍ਹਾਂ ਕਲਾਸ ਲਾਈਏ। ਮਿਲਦੇ ਹਾਂ ਅਗਲੀ ਹਾਈ ਵੈਲਿਊ ਐਨਾਲਿਸਿਸ ਦੇ ਨਾਲ।